If you have any inquiry related to the else, then you can message on this Instagram ID. So today we will do follow up of describe a place where was a lot of noise. ਅੱਜ ਆਪਾਂ ਫੋਲੋ ਅਪ ਕਰਾਂਗੇ ਕੋਈ ਪਲੇਸ ਜਿੱਥੇ ਬਹੁਤ ਸਾਰੀ ਨੋਇਸ ਸੀਗੀ, ਤਾਂ ਇਹਦੇ ਫੋਲੋ ਅਪ ਨੇ ਜਿਹੜੇ ਬਹੁਤ ਜ਼ਿਆਦਾ ਨੇ, 18 ਫੋਲੋ ਅਪ ਨੇ, ਤਾਂ ਡਿਫਿਕਲਟ ਵੀ ਨੇ, ਤਾਂ ਐਂਡ ਤੱਕ ਜ਼ਰੂਰ ਦੇਖ ਲੈਣਾ। ਡਿਫਰੈਂਟ ਆਈਡੀਆ ਵਰਤਿਆ ਹੋਇਆ ਹੈਗਾ ਸਾਰੇ ਕੁਐਸਚਨਸ ਦੇ ਵਿੱਚ। ਫਸਟ ਕੁਐਸਚਨ ਹੈਗਾ ਨੋਇਸ ਪੋਲਿਊਸ਼ਨ ਸੀਰੀਅਸ ਇਨ ਇੰਡੀਆ, ਕਿ ਜਿਹੜਾ ਨੋਇਸ ਪੋਲਿਊਸ਼ਨ ਆ ਉਹ ਸੀਰੀਅਸ ਹੈਗਾ ਇੰਡੀਆ ਦੇ ਵਿੱਚ। ਐਬਸੋਲਿਊਟਲੀ ਯੈਸ, ਇੰਡੀਆ ਇਜ਼ ਅ ਵੈਰੀ ਪੋਪੂਲੇਟਡ ਕੰਟਰੀ ਵੇਅਰ ਮੋਸਟ ਆਫ ਪੀਪਲ ਹੈਵ ਅ ਟੂ ਐਂਡ ਮੋਰ ਵਹੀਕਲਸ। ਕਿ ਇੰਡੀਆ ਇਜ਼ ਅ ਬਹੁਤ ਜ਼ਿਆਦਾ ਪੋਪੂਲੇਟਡ ਕੰਟਰੀ ਹੈਗੀ ਜਿੱਥੇ ਲੋਕਾਂ ਕੋਲੇ ਦੋ ਜਾਂ ਦੋ ਤੋਂ ਵੱਧ ਵਹੀਕਲ ਨੇ, ਵਿਚ ਕ੍ਰੀਏਟ ਟ੍ਰੈਫਿਕ ਜੈਮ ਐਂਡ ਮੇਕ ਅ ਲੋਟ ਆਫ ਨੋਇਸ, ਤੇ ਜਿਹੜੇ ਕਿ ਕ੍ਰੀਏਟ ਕਰਦੇ ਨੇ ਟ੍ਰੈਫਿਕ ਜੈਮ ਤੇ ਨੋਇਸ ਨੂੰ ਵੀ ਪੈਦਾ ਕਰਦੇ ਨੇ। Most of people celebrate their festival and personal function by using loudspeakers, which are main cause of noise pollution। ਕਿ ਜਿਹੜੇ ਬਹੁਤ ਸਾਰੇ ਲੋਕ ਨੇ ਇੰਡੀਆ ਦੇ, ਉਹ ਆਪਣੇ ਸੈਲੀਬ੍ਰੇਟ ਕਰਦੇ ਨੇ ਜਿਹੜੇ ਕਿ ਉਹਨਾਂ ਦੇ ਤਿਉਹਾਰ ਹੁੰਦੇ ਆ ਜਾਂ ਕੋਈ ਉਹਨਾਂ ਦਾ ਪਰਸਨਲ ਫੰਕਸ਼ਨ ਹੁੰਦਾ ਹੈਗਾ, ਉੱਥੇ ਲਾਊਡ ਸਪੀਕਰ ਵਰਤ ਕੇ, ਜਿਹੜੇ ਕਿ ਮੇਨ ਕਾਰਨ ਨੇ ਨੋਇਜ਼ ਪੋਲਿਊਸ਼ਨ ਦਾ। ਤਾਂ ਕਰਕੇ ਇੰਡੀਆ ਦੇ ਵਿੱਚ ਨੋਇਜ਼ ਪੋਲਿਊਸ਼ਨ ਹੈ ਜਿਹੜਾ ਉਹ ਸੀਰੀਅਸ ਹੈਗਾ। ਨੈਕਸਟ ਹੈਗਾ ਡੂ ਯੂ ਲਾਈਕ ਟੂ ਲਿਵ ਇਨ ਅ ਨੋਇਜ਼ੀ ਪਲੇਸ, ਕਿ ਤੁਸੀਂ ਨੋਇਜ਼ੀ ਪਲੇਸ ਦੇ ਵਿੱਚ ਰਹਿਣਾ ਪਸੰਦ ਕਰੋਗੇ। ਨੋ ਆਈ ਡੋਂਟ ਲਾਈਕ ਟੂ ਲਿਵ ਇਨ ਅ ਨੋਇਜ਼ੀ ਪਲੇਸ। ਹਾਂ, ਮੈਨੂੰ ਨਹੀਂ ਪਸੰਦ ਹੈਗਾ ਨੋਇਜ਼ੀ ਪਲੇਸ ਦੇ ਵਿੱਚ ਰਹਿਣਾ, ਬਿਕੋਜ਼ ਇਨ ਅ ਨੋਇਜ਼ੀ ਪਲੇਸ ਆਈ ਫੀਲ ਅਨਕੰਫਰਟੇਬਲ, ਅਤੇ ਮੈਨੂੰ ਅਨਕੰਫਰਟੇਬਲ ਫੀਲ ਹੁੰਦਾ ਗਾ ਜੇ ਮੈਂ ਨੋਇਜ਼ੀ ਪਲੇਸ ਦੇ ਵਿੱਚ ਰਹਿਣਾ ਗਾ। ਐਂਡ ਆਈ ਐਮ ਅਨਏਬਲ ਟੂ ਕੰਸਨਟਰੇਟ ਔਨ ਮਾਈ ਵਰਕ ਔਰ ਸਟੱਡੀ, ਤਾਂ ਮੈਂ ਯੋਗ ਨਹੀਂ ਹੈਗਾ ਗਾ ਕੰਸਨਟਰੇਟ ਕਰਨਾ ਆਪਣੇ ਸਟੱਡੀ ਜਾਂ ਕੰਮ ਦੇ ਉੱਤੇ। ਸੋ ਆਈ ਪ੍ਰੈਫਰ ਟੂ ਲਿਵ ਇਨ ਅ ਪੀਸਫੁਲ ਪਲੇਸ ਵਿਦ ਅ ਮਿਨੀਮਮ ਨੋਇਜ਼ ਫਰੋਮ ਅਰਾਊਂਡ। ਅਤੇ ਮੈਨੂੰ ਜ਼ਿਆਦਾਤਰ ਮੈਂ ਤਰਜੀਹ ਦੇਵਾਂਗਾ ਰਹਿਣਾ ਇੱਕ ਪੀਸਫੁਲ ਪਲੇਸ ਦੇ ਉੱਤੇ ਜਿੱਥੇ ਕਿ ਘੱਟ ਤੋਂ ਘੱਟ ਨੋਇਜ਼ ਹੋਵੇ ਮੇਰੇ ਆਲੇ ਦੁਆਲੇ। ਤਾਂ ਇੱਦਾਂ ਦੇ ਪਲੇਸ 'ਤੇ ਮੈਨੂੰ ਰਹਿਣਾ ਪਸੰਦ ਕਰਦਾ ਗਾ। ਇਸ ਤੋਂ ਨੈਕਸਟ ਹੈਗਾ ਡੂ ਯੂ ਲਾਈਕ ਟੂ ਗੋ ਨੋਇਜ਼ੀ ਪਲੇਸ, ਕਿ ਤੁਸੀਂ ਨੋਇਜ਼ੀ ਪਲੇਸ 'ਤੇ ਜਾਣਾ ਪਸੰਦ ਕਰਦੇ ਹੋਗੇ। ਪਰਸਨਲੀ ਆਈ ਡੋਂਟ ਲਾਈਕ ਟੂ ਗੋ ਔਨ ਅ ਨੋਇਜ਼ੀ ਪਲੇਸ। ਹਾਂ, ਮੈਨੂੰ ਨਹੀਂ ਪਸੰਦ ਹੈਗਾ ਨੋਇਜ਼ੀ ਪਲੇਸ 'ਤੇ ਜਾਣਾ, ਬਿਕੋਜ਼ ਇਟ ਇਜ਼ ਨਾਟ ਟੂ ਕੰਫਰਟਿੰਗ ਟੂ ਮੀ, ਕਿਉਂਕਿ ਮੈਨੂੰ ਇਹ ਆਰਾਮਦਾਇਕ ਨਹੀਂ ਹੈਗਾ ਗਾ ਜਾਂ ਕੋਈ ਮੈਨੂੰ ਇਹ ਵਧੀਆ ਨਹੀਂ ਲੱਗਦਾ। ਬਟ ਡਿਊ ਟੂ ਸਮ ਰੀਜ਼ਨਸ, ਪਰ ਕੁਛ ਕਾਰਨਾਂ ਕਰਕੇ ਆਈ ਹੈਵ ਟੂ ਵਿਜ਼ਿਟ ਪਾਰਟੀਜ਼ ਐਂਡ ਕਰਾਊਡਡ ਏਰੀਆਜ਼, ਪਰ ਮੈਨੂੰ ਕੁਛ ਕੁ ਕਾਰਨਾਂ ਕਰਕੇ ਕਿਸੇ ਵੀ ਪਾਰਟੀ ਜਾਂ ਕਰਾਊਡਡ ਏਰੀਆ 'ਤੇ ਜਾਣਾ ਪੈਂਦਾ ਹੈਗਾ। ਵੇਅਰ ਆਈ ਹੈਵ ਟੂ ਡੀਲ ਵਿਦ ਨੋਇਸ, ਜਿੱਥੇ ਕਿ ਜਾ ਕੇ ਮੈਨੂੰ ਡੀਲ ਕਰਨਾ ਪੈਂਦਾ ਹੈਗਾ ਨੋਇਸ ਦੇ ਨਾਲ। ਤਾਂ ਕਰਕੇ ਮੈਨੂੰ ਇਹ ਜਾਣਾ ਇੱਥੇ ਪਸੰਦ ਨਹੀਂ ਹੈਗਾ, ਪਰ ਮੈਨੂੰ ਜਾਣਾ ਪੈਂਦਾ ਗਾ। ਤਾਂ ਤੁਸੀਂ ਇਹਨੂੰ ਇੱਦਾਂ ਕਰਕੇ ਕਵਰ ਅਪ ਕਰ ਸਕਦੇ ਹੋਗੇ ਇਹ ਕੁਐਸਚਨ ਨੂੰ। ਥੋੜ੍ਹਾ ਜਿਹਾ ਪਿਛਲੇ ਦੇ ਨਾਲ ਵੀ ਹੋਊਗਾ ਮਿਕਸ, ਤਾਂ ਇਹਨੂੰ ਕੋਸ਼ਿਸ਼ ਕਰਿਓ ਅੱਡ ਹੀ ਰੱਖਣ ਦੀ। ਤਾਂ ਜੇ ਮਿਕਸ ਵੀ ਹੋ ਜਾਏ ਤਾਂ ਕੋਈ ਵੀ ਉਹ ਨਹੀਂ ਗਾ, ਤਾਂ ਥੋੜ੍ਹਾ ਜਿਹਾ ਕਵਰ ਅਪ ਕਰਕੇ ਜ਼ਰੂਰ ਰੱਖਿਓ। ਇਸ ਤੋਂ ਨੈਕਸਟ ਹੈਗਾ ਵੇਅਰ ਕੈਨ ਯੂ ਹੇਅਰ ਅ ਲਾਊਡ ਨੋਇਸ, ਕਿ ਤੁਸੀਂ ਲਾਊਡ ਨੋਇਸ ਨੂੰ ਕਿੱਥੇ ਸੁਣ ਸਕਦੇ ਹੋਗੇ। ਵੈਲ ਵੀ ਕੈਨ ਹੇਅਰ ਹਾਈ ਲੈਵਲ ਆਫ ਨੋਇਸ ਇਨ ਮੈਨੀ ਪਲੇਸਿਸ, ਕਿ ਜਿਹੜੀ ਹਾਈ ਲੈਵਲ ਨੋਇਸ ਹੈਗੀ ਉਹ ਅਸੀਂ ਬਹੁਤ ਸਾਰੀਆਂ ਥਾਵਾਂ 'ਤੇ ਸੁਣ ਸਕਦੇ ਹੈਗੇ, ਸਪੈਸ਼ਲੀ ਇਨ ਕਰਾਊਡਡ ਪਲੇਸ। ਸਪੈਸ਼ਲੀ ਖਾਸ ਤੌਰ 'ਤੇ ਜਿਹੜੇ ਕਰਾਊਡਡ ਪਲੇਸ ਹੁੰਦੇ ਲਾਈਕ ਓਲਡ ਸਿਟੀਜ਼ ਐਂਡ ਬੱਸ ਸਟਾਪਸ ਪਲੱਸ ਟ੍ਰੇਨ ਸਟੇਸ਼ਨਸ ਵੇਅਰ ਇਜ਼ ਅ ਟੂ ਮੱਚ ਕੰਜੈਕਸ਼ਨ ਆਫ ਵਹੀਕਲਸ ਐਂਡ ਪੀਪਲ, ਜਿੱਥੇ ਕਿ ਬਹੁਤ ਸਾਰੇ ਲੋਕਾਂ ਦਾ ਅਤੇ ਵਹੀਕਲਾਂ ਦਾ ਆਉਣਾ ਜਾਣਾ ਹੁੰਦਾ ਗਾ। ਤਾਂ ਕਰਕੇ ਉਹ ਪਲੇਸ ਹੁੰਦੇ ਜਿਹੜੇ ਜ਼ਿਆਦਾ ਨੋਇਜ਼ੀ ਹੁੰਦੇ, ਅਤੇ ਉੱਥੇ ਹੀ ਆਪਾਂ ਨੂੰ ਇੱਕ ਲਾਊਡ ਨੋਇਸ ਸੁਣ ਸਕਦੇ ਹੈਗੇ। ਸਮਟਾਈਮਸ ਦਾ ਸੈਲੀਬ੍ਰੇਸ਼ਨ ਆਫ ਵੈਡਿੰਗ ਐਂਡ ਫੈਸਟੀਵਲ ਆਲਸੋ ਕ੍ਰੀਏਟ ਨੋਇਸ, ਪਰ ਕਈ ਵਾਰ ਜਿਹੜੇ ਵੈਡਿੰਗ ਜਾਂ ਫੈਸਟੀਵਲ ਹੁੰਦੇ ਆ ਉੱਥੇ ਵੀ ਜ਼ਿਆਦਾ ਨੋਇਜ਼ ਹੁੰਦੀ ਹੈ, ਕ੍ਰੀਏਟ ਕੀਤੀ ਜਾਂਦੀ ਹੈ। ਤਾਂ ਕਰਕੇ ਵੀ ਆਪਾਂ ਉੱਥੋਂ ਵੀ ਇੱਕ ਲਾਊਡ ਨੋਇਜ਼ ਸੁਣ ਸਕਦੇ ਹੈਗੇ। ਤਾਂ ਇਸ ਨੂੰ ਇੱਦਾਂ ਕਹਿ ਸਕਦੇ ਹੋਗੇ, ਜਾਂ ਇਹਨੂੰ ਤੁਸੀਂ 2-3 ਪਾਰਟਸ ਦੇ ਵਿੱਚ ਕਵਰ ਵੀ ਕਰ ਸਕਦੇ ਹੋਗੇ। ਜੇ ਤੁਹਾਨੂੰ ਥੋੜ੍ਹਾ ਥੋੜ੍ਹਾ ਘੱਟ ਲੱਗਿਆ ਤਾਂ ਇਹਨੂੰ ਕਵਰ ਕਰ ਦਿਓ। ਇਸ ਤੋਂ ਨੈਕਸਟ ਹੈਗਾ ਡੂ ਯੂ ਥਿੰਕ ਇਜ਼ ਦੇਅਰ ਮੋਰ ਨੋਇਸ ਇਨ ਪੀਪਲਸ ਲਿਵਸ ਟੂਡੇ ਦੈਨ ਇਨ ਦਾ ਪਾਸਟ, ਕਿ ਜਿਹੜੇ ਅੱਜ ਕੱਲ੍ਹ ਲੋਕ ਰਹਿੰਦੇ ਨੇ ਅੱਜ ਇੱਥੇ ਜ਼ਿਆਦਾ ਨੋਇਸ ਹੈਗੀ ਪਾਸਟ ਨਾਲੋਂ। ਜੈਸ ਦੇਰ ਇਜ਼ ਅ ਲੋਟ ਨੋਇਸ ਇਨ ਕੰਪੈਰੀਜ਼ਨ ਟੂ ਦਾ ਪਾਸਟ। ਹਾਂ, ਅੱਜ ਕੱਲ੍ਹ ਇੱਥੇ ਬਹੁਤ ਜ਼ਿਆਦਾ ਨੋਇਸ ਹੈਗੀ ਪਿਛਲੇ ਸਾਲਾਂ ਜਾਂ ਪਿਛਲੇ ਟਾਈਮ ਦੇ ਨਾਲੋਂ, ਬਿਕੋਜ਼ ਆਫ ਦਾ ਟੈਕਨੋਲੋਜੀ ਐਂਡ ਫਾਸਟ ਪੇਸ ਆਫ ਲਾਈਫ, ਜਿਹੜੀ ਕਿ ਟੈਕਨੋਲੋਜੀ 'ਤੇ ਜ਼ਿਆਦਾ ਗਤੀ ਨਾਲ ਤੇਜ਼ ਚੱਲ ਰਹੀ ਲਾਈਫ ਦੇ ਕਰਕੇ ਹੈਗੀ। ਬਿਕੋਜ਼ ਪੀਪਲ ਹੈਵ ਅ ਲੋਟ ਆਫ ਆਈਟਮਸ ਵਿਚ ਕ੍ਰੀਏਟ ਨੋਇਸ, ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਲੋਕਾਂ ਕੋਲ ਬਹੁਤ ਸਾਰੀਆਂ ਆਈਟਮਸ ਨੇ ਜਿਹੜੀਆਂ ਕਿ ਨੋਇਸ ਕ੍ਰੀਏਟ ਕਰਦੀਆਂ ਨੇ। ਪੀਪਲ ਯੂਜ਼ ਡੈਟ ਆਈਟਮਸ ਫਰੋਮ ਮੋਰਨਿੰਗ ਟੂ ਈਵਨਿੰਗ, ਕਿਉਂਕਿ ਲੋਕ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਤੜਕੇ ਤੋਂ ਲੈ ਕੇ ਸ਼ਾਮ ਤੱਕ, ਮੋਰਨਿੰਗ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੂੰ ਯੂਜ਼ ਕਰਦੇ ਨੇ। ਮੋਰ ਓਵਰ ਪੀਪਲ ਸੈਲੀਬ੍ਰੇਟ ਦਾ ਸਪੈਸ਼ਲ
ਫੈਸਟੀਵਲ ਐਂਡ ਇਵੈਂਟਸ ਬਾਈ ਯੂਜ਼ਿੰਗ ਲਾਊਡ ਸਪੀਕਰ ਨੋਇਜ਼, ਕਿ ਜਿਹੜੇ ਲੋਕ ਹੈਗੇ ਅੱਜ ਕੱਲ੍ਹ ਆਪਣੇ ਫੈਸਟੀਵਲ ਦੇ ਇਵੈਂਟਸ ਵੀ ਲਾਊਡ ਸਪੀਕਰਸ ਨਾਲ ਮਨਾਉਂਦੇ ਨੇ। ਹਾਊਐਵਰ ਇਨ ਦਾ ਪਾਸਟ ਟਾਈਮ ਦੇ ਸੈਲੀਬ੍ਰੇਟਡ ਡੈਟ ਇਵੈਂਟਸ ਇਨ ਅ ਟਰਡੀਸ਼ਨਲ ਵੇ, ਕਿਉਂਕਿ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਲੋਕ ਸੀਗੇ ਉਹ ਇਹਨਾਂ ਨੂੰ ਇੱਕ ਟਰਡੀਸ਼ਨਲ ਵੇ ਦੇ ਨਾਲ ਮਨਾਉਂਦੇ ਸੀਗੇ, ਜਿੱਥੇ ਜ਼ਿਆਦਾ ਸ਼ੋਰ ਸ਼ਰਾਬਾ ਨਹੀਂ ਹੁੰਦਾ ਸੀ। ਤਾਂ ਤੁਸੀਂ ਇਹਨੂੰ ਇੱਦਾਂ ਕਹਿ ਸਕਦੇ ਹੋਗੇ। ਅਤੇ ਉੱਪਰ ਤੁਸੀਂ ਕਹਿ ਸਕਦੇ ਹੋ ਕਿ ਪਾਸਟ ਟਾਈਮ ਦੇ ਵਿੱਚ ਲੋਕਾਂ ਕੋਲ ਲਿਮਟਿਡ ਜਿਹੇ ਹੀ ਆਈਟਮ ਜਾਂ ਸੋਰਸਿਸ ਸੀਗੇ ਜਿਹੜੇ ਕਿ ਉਹ ਵਰਤਦੇ ਹੁੰਦੇ ਸੀਗੇ, ਤਾਂ ਕਰਕੇ ਉਦੋਂ ਘੱਟ ਨੋਇਜ਼ ਸੀਗੀ। ਤਾਂ ਇੱਦਾਂ ਤੁਸੀਂ ਉਹਨੂੰ ਕਵਰ ਅਪ ਕਰ ਸਕਦੇ ਹੋਗੇ ਲਾਈਨ ਨੂੰ। ਇਸ ਤੋਂ ਨੈਕਸਟ ਹੈਗਾ, ਡੂ ਯੂ ਥਿੰਕ ਸਿਟੀਜ਼ ਵਿਲ ਮੋਰ ਨੋਇਜ਼ਰ ਇਨ ਦਾ ਫਿਊਚਰ, ਕਿ ਜਿਹੜੇ ਸਿਟੀਜ਼ ਨੇ, ਸ਼ਹਿਰ ਨੇ, ਉਹ ਜ਼ਿਆਦਾ ਹੋਰ ਰੌਲਾ ਰੱਪੇ ਵਾਲੇ ਥਾਂ ਬਣ ਜਾਣਗੇ ਫਿਊਚਰ ਦੇ ਵਿੱਚ? ਨੋ ਆਈ ਡੋਂਟ ਥਿੰਕ, ਨਹੀਂ ਮੈਨੂੰ ਨਹੀਂ ਲੱਗਦਾ ਜਾਂ ਮੈਂ ਨਹੀਂ ਸੋਚਦਾ ਸਿਟੀਜ਼ ਵਿਲ ਮੋਰ ਨੋਇਜ਼ੀ ਇਨ ਅ ਫਿਊਚਰ, ਕਿ ਜਿਹੜੇ ਸਿਟੀਜ਼ ਆ ਉਹ ਮੋਰ ਨੋਇਜ਼ੀ ਹੋਣਗੀਆਂ ਫਿਊਚਰ ਦੇ ਵਿੱਚ, ਬਿਕੋਜ਼ ਵਿਦ ਦਾ ਐਡਵਾਂਸਮੈਂਟ ਆਫ ਟੈਕਨੋਲੋਜੀ, ਕਿਉਂਕਿ ਜਿਹੜੀ ਵੱਧ ਰਹੀ ਟੈਕਨੋਲੋਜੀ ਹੈਗੀ, ਦੇਅਰ ਵੁੱਡ ਬੀ ਮੋਰ ਸੋਲਿਊਸ਼ਨ ਟੂ ਡੀਲ ਵਿਦ ਨੋਇਜ਼, ਤਾਂ ਉੱਥੇ ਹੋਰ ਸਲਿਊਸ਼ਨਸ ਵੀ ਹੋਣਗੇ ਨੋਇਜ਼ ਨਾਲ ਡੀਲ ਕਰਨ ਦੇ। ਫੋਰ ਐਗਜ਼ਾਮਪਲ ਦੀ ਡੇਜ਼ ਦੇਅਰ ਆਰ ਸੋ ਮੈਨੀ ਵਹੀਕਲਸ ਵਿਚ ਹੈਵ ਬੀਨ ਚੇਂਜਡ, ਕਿਉਂਕਿ ਜਿਹੜੇ ਅੱਜ ਕੱਲ੍ਹ ਬਹੁਤ ਸਾਰੇ ਵਹੀਕਲ ਨੇ ਜਿਹੜੇ ਕਿ ਚੇਂਜ ਹੋ ਚੁੱਕੇ ਨੇ ਇਲੈਕਟ੍ਰੀਕਲ ਦੇ ਵਿੱਚ ਆਪਾਂ ਚੇਂਜ ਦੇਖ ਹੀ ਰਹੇ ਹੈਗੇ ਜਿਹੜੇ ਹੋਏ ਨੇ, ਡਿਊ ਟੂ ਵਿਚ ਦੀਜ਼ ਵਹੀਕਲਸ ਆਰ ਸਾਈਲੈਂਟ ਐਂਡ ਕਾਮ, ਅਤੇ ਜਿਹਦੀ ਵਜ੍ਹਾ ਕਰਕੇ ਉਹ ਵਹੀਕਲਸ ਆ ਜਿਹੜੇ ਸਾਈਲੈਂਟ ਅਤੇ ਕਾਮ ਵੀ ਨੇ। ਦੇਅਰਫੋਰ ਸਿਟੀਜ਼ ਵਿਲ ਨੋ ਬਿਕਮ ਨੋਇਜ਼ਰ, ਤਾਂ ਕਰਕੇ ਜਿਹੜੇ ਸਿਟੀਜ਼ ਆ ਉਹ ਜ਼ਿਆਦਾ ਨੋਇਜ਼ੀ ਨਹੀਂ ਹੋਣਗੀਆਂ। ਜੇ ਤੁਸੀਂ ਇੱਥੇ ਜੈਸ 'ਚ ਕਹਿਣਾ ਤਾਂ ਤੁਸੀਂ ਕਹਿ ਸਕਦੇ ਹੋ ਵੀ ਹਾਂ, ਅੱਗੇ ਜਾ ਕੇ ਜਿਹੜੇ ਟੈਕਨੋਲੋਜੀ ਵਧੂਗੀ, ਹੋਰ ਫੈਕਟਰੀਜ਼ ਆਉਣਗੀਆਂ, ਤਾਂ ਕਰਕੇ ਜਾਂ ਪਾਪੂਲੇਸ਼ਨ ਹੋਰ ਵੱਧ ਸਕਦੀ ਹੈ, ਤਾਂ ਕਰਕੇ ਸਿਟੀਜ਼ ਆ ਜਿਹੜੇ ਨੋਇਜ਼ੀ ਹੋ ਸਕਦੇ ਨੇ, ਜਾਂ ਲੋਕ ਆ ਜਿਹੜੇ ਸ਼ਹਿਰਾਂ ਵੱਲ ਨੂੰ ਜਾਈ ਜਾਂਦੇ ਨੇ, ਤਾਂ ਕਰਕੇ ਨੋਇਜ਼ੀ ਹੋ ਸਕਦੇ ਨੇ। ਇਸ ਤੋਂ ਨੈਕਸਟ ਹੈਗਾ, ਵਾਟ ਇਜ਼ ਦਾ ਨੋਇਜ਼ ਇਨ ਯੂਅਰ ਲਾਈਫ, ਕਿ ਤੁਹਾਡੇ ਮੁਤਾਬਕ ਨੋਇਜ਼ ਕੀ ਹੈਗੀ ਜ਼ਿੰਦਗੀ ਦੇ ਵਿੱਚ? ਵੈਲ ਵੈਨ ਵੀ ਹੇਅਰ ਐਨੀ ਕਾਈਂਡ ਆਫ ਅਨਵਾਂਟਡ ਐਂਡ ਲਾਊਡ ਵੋਇਸ, ਪਰ ਜਦੋਂ ਵੀ ਅਸੀਂ ਕੋਈ ਕਿਸੇ ਵੀ ਤਰ੍ਹਾਂ ਦੀ ਅਨਵਾਂਟਡ, ਅਣਚਾਹੀ ਹੋਈ ਅਤੇ ਉੱਚੀ ਆਵਾਜ਼ ਸੁਣਦੇ ਹਾਂ, ਡੈਟ ਵੋਇਸ ਇਜ਼ ਕੰਸੀਡਰਡ ਨੋਇਜ਼ ਇਨ ਲਾਈਫ, ਤਾਂ ਉਸ ਜਿਹੜੀ ਵੋਇਸ ਹੁੰਦੀ ਆ ਉਹਨੂੰ ਆਪਾਂ ਇੱਕ ਨੋਇਜ਼ ਦੇ ਤੌਰ 'ਤੇ ਮੰਨਦੇ ਹੈਗੇ ਆਪਣੀ ਜ਼ਿੰਦਗੀ ਵਿੱਚ। ਇਨ ਐਡੀਸ਼ਨ ਵੈਨ ਐਵਰ ਪੀਪਲ ਗੈਟ ਡਿਸਟਰੈਕਟ ਐਂਡ ਡਿਸਟਰਬਡ ਫਰੋਮ ਨੋਇਜ਼ ਵਿਚ ਦੇ ਡੋਂਟ ਲਾਈਕ, ਦੈਨ ਵੀ ਕੈਨ ਸੇ ਨੋਇਜ਼ ਇਨ ਲਾਈਫ, ਤਾਂ ਉਦੋਂ ਵੀ ਆਪਾਂ ਕਹਿ ਸਕਦੇ ਹਾਂ ਕਿ ਇਹ ਨੋਇਜ਼ ਆ ਗਈ ਲਾਈਫ ਦੇ ਵਿੱਚ। ਜਦੋਂ ਵੀ ਕਿਤੇ ਲੋਕ ਡਿਸਟਰੈਕਟ ਹੁੰਦੇ ਆ ਜਾਂ ਡਿਸਟਰਬ ਹੁੰਦੇ ਕਿਤੇ ਵੀ ਨੋਇਜ਼ ਤੋਂ, ਜਿਹਨੂੰ ਉਹ ਪਸੰਦ ਨਹੀਂ ਕਰਦੇ, ਤਾਂ ਉਦੋਂ ਆਪਾਂ ਕਹਿ ਸਕਦੇ ਹਾਂ ਕਿ ਉਹ ਨੋਇਜ਼ ਆ ਗਈ ਜ਼ਿੰਦਗੀ ਦੇ ਵਿੱਚ। ਤਾਂ ਇੱਦਾਂ ਹੋਊਗਾ ਇਹ ਕੰਮ। ਇਸ ਤੋਂ ਨੈਕਸਟ ਹੈਗਾ, ਹਾਊ ਇਜ਼ ਦਾ ਨੋਇਜ਼ ਲੈਵਲ ਇਨ ਯੂਅਰ ਸਿਟੀ, ਕਿ ਤੁਹਾਡੀ ਸਿਟੀ ਦੇ ਵਿੱਚ ਨੋਇਜ਼ ਲੈਵਲ ਕਿਵੇਂ ਦਾ ਗਾ ਜਾਂ ਕਿੰਨਾ ਕੁ ਹੈਗਾ। ਜੇ ਤੁਸੀਂ ਸਿਟੀ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਸਿਟੀ ਦਾ ਦੱਸਿਓ, ਸ਼ਹਿਰ ਦਾ, ਪਿੰਡ 'ਚ ਤਾਂ ਪਿੰਡ ਦਾ ਦੱਸਿਓ, ਜੇ ਇਹ 'ਚ ਕੋਈ ਉਹ ਵੀ ਨਹੀਂ ਗਾ ਪਿੰਡ ਦਾ ਦੱਸਣਾ, ਪਿੰਡ ਦਾ ਵੀ ਦੱਸ ਸਕਦੇ ਹੋਗੇ, ਕੋਈ ਚੱਕਰ ਨਹੀਂ ਗਾ। ਵੈਲ ਆਈ ਲਿਵ ਇਨ ਅ ਸਮਾਲ ਵਿਲੇਜ ਵੇਅਰ ਵਹੀਕਲਸ ਆਰ ਲਿਮਟਡ, ਕਿਉਂਕਿ ਮੈਂ ਇੱਕ ਛੋਟੇ ਜਿਹੇ ਵਿਲੇਜ ਦੇ ਵਿੱਚ ਰਹਿੰਦਾ ਗਾ ਜਿੱਥੇ ਕਿ ਵਹੀਕਲਸ ਹੀ ਬਹੁਤ ਘੱਟ ਨੇ, ਐਂਡ ਦੇਅਰ ਇਜ਼ ਅ ਨੋ ਫੈਕਟਰੀ, ਅਤੇ ਉੱਥੇ ਕੋਈ ਫੈਕਟਰੀ ਵੀ ਨਹੀਂ। ਸੋ ਦੇਅਰ ਇਜ਼ ਅ ਫਿਊ ਲੈਵਲ ਆਫ ਨੋਇਸ, ਤਾਂ ਉੱਥੇ ਬਹੁਤ ਹੀ ਘੱਟ ਲੈਵਲ ਹੈਗਾ ਨੋਇਸ ਦਾ। ਬਟ ਇਨ ਦਾ ਮੈਟਰੋ ਸਿਟੀਜ਼ ਵਿਚ ਇਜ਼ ਲੋਕੇਟਡ 5 km ਅਵੇ ਫਰੋਮ ਮਾਈ ਹੋਮ ਟਾਊਨ, ਜਾਂ ਤੁਸੀਂ ਇੱਦਾਂ ਕਹਿ ਸਕਦੇ ਹੋਗੇ ਕਿ ਜਿਹੜੀ ਇੱਕ ਮੈਟਰੋ ਸਿਟੀ ਹੈ ਜਿਹੜੀ ਕਿ ਲੋਕੇਟਡ ਹੈਗੀ 5 ਕਿਲੋਮੀਟਰ ਦੂਰ ਮੇਰੇ ਸ਼ਹਿਰ ਤੋਂ ਜਾਂ ਮੇਰੇ ਪਿੰਡ ਤੋਂ, ਦੇਅਰ ਇਜ਼ ਅ ਹਾਈ ਲੈਵਲ ਆਫ ਨੋਇਜ਼ ਬਿਕੋਜ਼ ਆਫ ਦਾ ਪਾਪੂਲੇਸ਼ਨ ਐਂਡ ਇੰਡਸਟਰੀ ਏਰੀਆਜ਼, ਕਿਉਂਕਿ ਉੱਥੇ ਜ਼ਿਆਦਾ ਨੋਇਜ਼ ਹੈਗੀ, ਇੱਕ ਤਾਂ ਲੋਕਾਂ ਕਰਕੇ ਅਤੇ ਦੂਜਾ ਇੰਡਸਟਰੀ ਏਰੀਆ ਹੋਣ ਕਰਕੇ। ਤਾਂ ਤੁਸੀਂ ਇੱਦਾਂ ਇਹਨੂੰ ਇੱਕ ਕਵਰ ਕਰ ਸਕਦੇ ਹੋ ਕੁਐਸਚਨ ਨੂੰ। ਜੇ ਤੁਸੀਂ ਇੱਕ ਸਾਈਡਡ ਦਾ ਹੀ ਦੱਸਣਾ ਸਿਟੀ ਦਾ, ਤਾਂ ਤੁਸੀਂ ਸਿਟੀ ਦਾ ਦੱਸ ਸਕਦੇ ਹੋ, ਜੇ ਵਿਲੇਜ ਦਾ ਦੱਸਣਾ ਤਾਂ ਵਿਲੇਜ ਦਾ ਦੱਸ ਸਕਦੇ ਹੋਗੇ। ਇਹ ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਇਹਨੂੰ ਕਿਵੇਂ ਕਰਨਾ। ਇਸ ਤੋਂ ਨੈਕਸਟ ਹੈਗਾ, ਵੇਅਰ ਡਜ਼ ਨੋਇਜ਼ ਇਨ ਅਰਬਨ ਏਰੀਆ ਕਮ ਫਰੋਮ, ਕਿ ਜਿਹੜੇ ਅਰਬਨ ਏਰੀਆਜ਼ ਨੇ ਉੱਥੇ ਵੋਇਸ ਕਿੱਥੋਂ ਆਉਂਦੀ ਹੈਗੀ ਜਾਂ ਨੋਇਜ਼ ਕਿੱਥੋਂ ਆਉਂਦੀ ਹੈਗੀ। ਇਨ ਅਰਬਨ ਏਰੀਆਜ਼ ਨੋਇਜ਼ ਕਮ ਫਰੋਮ ਡਿਫਰੈਂਟ ਥਿੰਗਸ ਐਵਰੀ ਟਾਈਮ, ਜਿਹੜੀ ਕਿ ਨੋਇਜ਼ ਹੈਗੀ ਉਹ ਵੱਖ-ਵੱਖ ਚੀਜ਼ਾਂ ਤੋਂ ਆਉਂਦੀ ਰਹਿੰਦੀ ਹੈਗੀ ਹਰ ਇੱਕ ਟਾਈਮ। ਫਸਟ ਆਫ ਆਲ ਵਹੀਕਲਸ ਆਰ ਦਾ ਮੇਨ ਮਸ਼ੀਨਰੀ ਵਿਚ ਕ੍ਰੀਏਟ ਅ ਲੋਟ ਆਫ ਨੋਇਜ਼, ਕਿ ਜਿਹੜੇ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਵਹੀਕਲਸ ਹੀ ਨੇ ਜਿਹੜੀ ਕਿ ਮੇਨ ਮਸ਼ੀਨਰੀ ਮੰਨੀ ਜਾਂਦੀ ਹੈਗੀ, ਜਿਹੜੀ ਕਿ ਕ੍ਰੀਏਟ ਕਰਦੀ ਹੈ ਲੋਟ ਆਫ ਨੋਇਸ ਨੂੰ, ਬਹੁਤ ਜ਼ਿਆਦਾ ਨੋਇਸ। ਅਪਾਰਟ ਫਰੋਮ ਇਟ, ਇਸ ਤੋਂ ਇਲਾਵਾ ਵੈਨ ਅ ਲਾਰਜ ਨੰਬਰ ਆਫ ਪੀਪਲ ਗੈਟ ਟੂਗੈਦਰ, ਜਦੋਂ ਵੀ ਕੋਈ ਬਹੁਤ ਗਿਣਤੀ ਦੇ ਵਿੱਚ ਲੋਕ ਇੱਕ ਦੂਜੇ ਨੂੰ ਇਕੱਠੇ ਮਿਲਦੇ ਹਨ ਤਾਂ ਦੇ ਪ੍ਰੋਡਿਊਸ ਨੋਇਸ, ਤਾਂ ਉਹ ਵੀ ਇੱਕ ਨੋਇਸ ਪੈਦਾ ਕਰਦੇ ਨੇ। ਤਾਂ ਆਪਾਂ ਕਹਿ ਸਕਦੇ ਨੇ ਇਹਨਾਂ ਦੋ ਥਾਵਾਂ ਤੋਂ ਹੀ ਜ਼ਿਆਦਾ ਨੋਇਸ ਆਉਂਦੀ ਹੈਗੀ ਅਰਬਨ ਏਰੀਆਜ਼ ਦੇ ਵਿੱਚ। ਇਸ ਤੋਂ ਨੈਕਸਟ ਹੈਗਾ, ਡੂ ਯੂ ਥਿੰਕ ਇਟ ਇਜ਼ ਇੰਪੋਰਟੈਂਟ ਟੂ ਬੀ ਅਲੋਨ ਸਮਟਾਈਮਸ, ਕਿ ਇਹ ਤੁਹਾਨੂੰ ਕੀ ਲੱਗਦਾ ਹੈਗਾ ਇਹ ਜ਼ਰੂਰੀ ਹੈਗਾ ਇਕੱਲੇ ਰਹਿਣਾ ਕੁਛ ਕੁ ਟਾਈਮ ਲਈ?
Yes, it is a essential part of our life to stay alone for some time. ਹਾਂ ਇੱਕ ਅਹਿਮ ਹਿੱਸਾ ਹੈਗਾ ਆਪਣੀ ਜ਼ਿੰਦਗੀ ਦਾ ਕਿ ਕੁਛ ਕੁ ਟਾਈਮ ਲਈ ਇਕੱਲੇ ਰਹਿਣਾ ਬਿਕੋਜ਼ ਕਿਉਂਕਿ ਇਟ ਗਿਵਸ ਮੈਂਟਲ ਪੀਸ। ਹਾਂ ਇਹ ਇੱਕ ਮੈਂਟਲ ਪੀਸ ਦਿੰਦਾ ਐਂਡ ਵੀ ਕੈਨ ਕੰਸਨਟਰੇਟ ਔਨ ਆਵਰ ਵਰਕ ਐਂਡ ਸਟੱਡੀ ਇਫੈਕਟਿਵਲੀ, ਜਿਹਦੇ ਕਰਕੇ ਆਪਾਂ ਆਪਣੀ ਪੜ੍ਹਾਈ ਜਾਂ ਆਪਣੇ ਕੰਮ ਦੇ ਉੱਤੇ ਕੰਸਨਟਰੇਟ ਕਰ ਸਕਦੇ ਹਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ। ਮੋਰ ਓਵਰ ਪੀਪਲ ਕੈਨ ਥਿੰਕ and get better solution of their difficulties while sitting alone। ਹਾਂ ਕੁਝ ਕੁ ਲੋਕ ਹੁੰਦੇ ਜਿਹੜੇ ਕਿ ਇਕੱਲੇ ਬਹਿ ਕੇ ਕੁਛ ਸੋਚਦੇ ਨੇ ਤੇ ਆਪਣਾ ਵਧੀਆ ਸੋਲਿਊਸ਼ਨ ਫਾਈਂਡ ਕਰਦੇ ਨੇ ਆਪਣੀ ਕਿਸੇ ਵੀ ਮੁਸ਼ਕਿਲ ਦਾ। ਤਾਂ ਕਰਕੇ ਇਹ ਵਧੀਆ ਚੀਜ਼ ਹੈਗੀ ਕਿ ਥੋੜ੍ਹੇ ਟਾਈਮ ਦੇ ਲਈ ਇਕੱਲੇ ਰਹਿਣਾ। ਇਸ ਤੋਂ ਨੈਕਸਟ ਹੈਗਾ ਵਾਟ ਇਜ਼ ਦਾ ਇੰਪੋਰਟੈਂਟ ਆਫ ਬਿਲੋਂਗਿੰਗ ਟੂ ਅ ਸਰਟਨ ਗਰੁੱਪ, ਕਿ ਇਹਦੇ ਕੀ ਇੰਪੋਰਟੈਂਸ ਹੈਗੀ ਜੇ ਆਪਾਂ ਕਿਸੇ ਇੱਕ ਸਰਟਨ ਗਰੁੱਪ ਨੂੰ ਬਿਲੋਂਗ ਕਰਦੇ ਹਾਂ। ਵੈਲ ਹੈਵਿੰਗ ਅ ਸੋਸ਼ਲ ਗਰੁੱਪ ਆਫ ਪੀਪਲ ਪਲੇ ਅ ਵਾਈਟਲ ਰੋਲ ਇਨ ਐਵਰੀਵਨਸ ਲਾਈਫ, ਕਿ ਜਿਹੜਾ ਇੱਕ ਸੋਸ਼ਲ ਗਰੁੱਪ ਹੋਵੇ ਕਿਸੇ ਵੀ ਬੰਦੇ ਦਾ ਉਹ ਹਰੇਕ ਦੀ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਨਿਭਾਉਂਦਾ ਗਾ। ਬਿਕੋਜ਼ ਪੀਪਲ ਕੈਨ ਫੀਲ ਸੇਫ ਐਂਡ ਸਿਕਿਉਰ ਵੈਨ ਦੇ ਹੈਵ ਅ ਗਰੁੱਪ ਵਿਦ ਮੈਨੀ ਮੈਂਬਰਸ, ਕਿ ਲੋਕ ਬਹੁਤ ਜ਼ਿਆਦਾ ਫੀਲ ਸੇਫ ਕਰਦੇ ਨੇ ਅਤੇ ਸਿਕਿਉਰ ਜਦੋਂ ਵੀ ਕਦੇ ਉਹਨਾਂ ਕੋਲ ਇੱਕ ਗਰੁੱਪ ਹੁੰਦਾ ਗਾ ਬਹੁਤ ਸਾਰੇ ਮੈਂਬਰਾਂ ਦਾ, ਜਿਹੜੇ ਕਿ ਹੂ ਸਪੋਰਟ ਐਂਡ ਹੈਲਪ ਦੈਮ ਇਨ ਦਾ ਡਿਫੀਕਲਟ ਟਾਈਮ, ਜਿਹੜੇ ਕਿ ਉਹਨਾਂ ਦਾ ਸਪੋਰਟ ਕਰਦੇ ਨੇ ਅਤੇ ਹੈਲਪ ਕਰਦੇ ਨੇ ਉਹਨਾਂ ਨੂੰ ਡਿਫੀਕਲਟ ਟਾਈਮ ਦੇ ਵਿੱਚ। ਪੀਪਲ ਫੀਲ ਹੈਪੀ ਬਾਈ ਇੰਜੋਇੰਗ ਸਮ ਫਨੀ ਮੂਮੈਂਟਸ ਇਨ ਅ ਗਰੁੱਪ ਆਫ ਪੀਪਲ, ਅਤੇ ਲੋਕ ਖੁਸ਼ ਵੀ ਹੁੰਦੇ ਨੇ ਜਦੋਂ ਵੀ ਕਦੇ ਉਹ ਕੋਈ ਫਨੀ ਮੂਵਮੈਂਟ ਨੂੰ ਇੰਜੋਏ ਕਰਦੇ ਨੇ ਜਦੋਂ ਵੀ ਕਦੇ ਉਹ ਆਪਣੇ ਗਰੁੱਪ ਦੇ ਵਿੱਚ ਹੁੰਦੇ ਨੇ। ਤਾਂ ਕਰਕੇ ਜਿਹੜਾ ਗਰੁੱਪ ਹੈਗਾ ਉਹ ਇੰਪੋਰਟੈਂਟ ਹੈਗਾ ਹਰੇਕ ਦੇ ਲਈ ਜਾਂ ਹਰੇਕ ਦੀ ਜ਼ਿੰਦਗੀ ਦੇ ਵਿੱਚ। ਇਸ ਤੋਂ ਨੈਕਸਟ ਹੈਗਾ ਵਾਟ ਆਰ ਦਾ ਪ੍ਰੋਬਲਮ ਯੂ ਕੁਡ ਹੈਵ ਇਫ ਯੂ ਗੋ ਆਊਟ ਟੂਗੈਦਰ ਇਨ ਅ ਬਿਗ ਗਰੁੱਪ, ਕਿ ਤੁਹਾਨੂੰ ਕਿਵੇਂ ਦੀਆਂ ਪ੍ਰੋਬਲਮਸ ਹੋ ਸਕਦੀਆਂ ਜੇ ਤੁਸੀਂ ਵੱਡੇ ਗਰੁੱਪ ਦੇ ਵਿੱਚ ਬਾਹਰ ਘੁੰਮਣ ਲਈ ਜਾਂਦੇ ਹੋ। ਦੇਰ ਆਰ ਏਰੀਆ ਆਫ ਪ੍ਰੋਬਲਮਸ ਇਨ ਅ ਬਿਗ ਗਰੁੱਪ, ਹਾਂ ਇੱਥੇ ਬਹੁਤ ਸਾਰੀਆਂ ਪ੍ਰੋਬਲਮਸ ਹੋ ਸਕਦੀਆਂ ਨੇ ਵੱਡੇ ਗਰੁੱਪ ਦੇ ਵਿੱਚ। ਫਸਟ ਆਫ ਆਲ ਦਾ ਬਿਗੇਸਟ ਪ੍ਰੋਬਲਮ ਕੁਡ ਵੀ ਮੈਨੇਜਮੈਂਟ ਆਫ ਆਲ, ਜਿਹੜੀ ਕਿ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਹੋ ਸਕਦੀ ਹੈ ਹਰੇਕ ਨੂੰ ਸੰਭਾਲਣਾ। ਬਿਕੋਜ਼ ਵੈਨ ਦੇਰ ਆਰ ਮੈਨੀ ਮੈਂਬਰਸ, ਜਦੋਂ ਵੀ ਕਦੇ ਜ਼ਿਆਦਾ ਮੈਂਬਰਸ ਹੋਣਗੇ ਇਟ ਹੈਡ ਟੂ ਬੀ ਹੈਂਡਲ ਆਲ, ਤਾਂ ਸਾਰਿਆਂ ਨੂੰ ਸੰਭਾਲਣਾ ਬਹੁਤ ਜ਼ਿਆਦਾ ਔਖਾ ਹੋਊਗਾ ਜਦੋਂ ਬਹੁਤ ਸਾਰੇ ਲੋਕ ਹੋਣਗੇ ਇੱਕ ਗਰੁੱਪ ਦੇ ਵਿੱਚ। ਮੋਰ ਓਵਰ ਵੈਨ ਵੀ ਆਰ ਇਨ ਅ ਬਿਗ ਗਰੁੱਪ ਆਲ ਪੀਪਲ ਹੈਵ ਅ ਡਿਫਰੈਂਟ ਚੋਇਸ, ਜਦੋਂ ਵੀ ਆਪਾਂ ਕਿਸੇ ਵੱਡੇ ਗਰੁੱਪ ਦੇ ਵਿੱਚ ਹੁੰਦੇ ਹਾਂ ਤਾਂ ਹਰੇਕ ਦੀ ਅਲੱਗ-ਅਲੱਗ ਚੋਇਸਿਸ ਹੁੰਦੀਆਂ ਨੇ। ਸੋ ਵਾਈਲ ਟਰੈਵਲਿੰਗ ਇਟ ਇਜ਼ ਡਿਫੀਕਲਟ ਟੂ ਸਿਲੈਕਟ ਡੈਟ, ਤਾਂ ਇਹ ਔਖਾ ਹੋਊਗਾ ਆਪਾਂ ਨੂੰ ਸਿਲੈਕਟ ਕਰਨਾ ਵੇਅਰ ਵੀ ਸ਼ੁੱਡ ਗੋ, ਆਪਾਂ ਨੂੰ ਕਿੱਥੇ ਜਾਣਾ ਚਾਹੀਦਾ ਐਂਡ ਵਟ ਸ਼ੁੱਡ ਈਟ, ਅਤੇ ਆਪਾਂ ਨੂੰ ਕੀ ਖਾਣਾ ਚਾਹੀਦਾ ਹੈ। ਤਾਂ ਇੱਦਾਂ ਦੀਆਂ ਪ੍ਰੋਬਲਮਸ ਜਿਹੜੀਆਂ ਆ ਸਕਦੀਆਂ ਨੇ। ਇਸ ਤੋਂ ਨੈਕਸਟ ਆਏਗਾ ਬਾਈ ਪੀਪਲ ਲਾਈਕ ਗੋ ਟੂ ਨੋਇਜ਼ੀ ਪਲੇਸ ਲਾਈਕ ਰੈਸਟੋਰੈਂਟ ਐਂਡ ਪਬ ਈਵਨ ਦੇ ਨੋ ਦੀਜ਼ ਪਲੇਸਿਸ ਆਰ ਨੋਇਜ਼ੀ, ਕਿ ਲੋਕ ਕਿਉਂ ਨੋਇਜ਼ੀ ਪਲੇਸ 'ਤੇ ਜਾਣਾ ਪਸੰਦ ਕਰਦੇ ਨੇ ਜਿਵੇਂ ਕਿ ਪਬ ਹੋ ਗਏ ਜਾਂ ਕੋਈ ਰੈਸਟੋਰੈਂਟ ਹੋ ਗਿਆ, ਭਾਵੇਂ ਉਹਨਾਂ ਨੂੰ ਪਤਾ ਹੀ ਹੁੰਦਾ ਹੈਗਾ ਕਿ ਇਹ ਪਲੇਸ ਹੈ ਜਿਹੜੇ ਨੋਇਜ਼ੀ ਨੇ। ਵੈਲ ਵੈਨ ਪੀਪਲ ਫੀਲ ਸਟਰੈਸਡ, ਜਦੋਂ ਲੋਕ ਸਟਰੈਸ ਫੀਲ ਕਰਦੇ ਨੇ ਡੈਟ ਟਾਈਮ ਦੇ ਵਾਂਟ ਇਨ ਅ ਗਰੁੱਪ ਟੂ ਸੈਲੀਬ੍ਰੇਟ ਐਂਡ ਡਾਂਸ ਪਲੱਸ ਈਟ ਫੂਡ ਫਾਰ ਰੀਜੂਵਨੇਟ ਦੇਅਰ ਫਟੀਕ ਮਾਈਂਡ, ਪਰ ਉਦੋਂ ਉਹਨਾਂ ਨੂੰ ਇੱਕ ਗਰੁੱਪ ਚਾਹੀਦਾ ਹੁੰਦਾ ਹੈ ਕਿਸੇ ਵੀ ਸੈਲੀਬ੍ਰੇਸ਼ਨ ਕਰਨ ਲਈ ਜਾਂ ਕੋਈ ਡਾਂਸ ਜਾਂ ਕੁਛ ਵੀ ਖਾਣ ਪੀਣ ਦੇ ਲਈ, ਤਾਂ ਕਿ ਉਹਨਾਂ ਦਾ ਜਿਹੜਾ ਮਾਈਂਡ ਹੈਗਾ ਉਹ ਰੀਜੂਵਨੇਟ ਹੋ ਜੇ। ਮੋਰ ਓਵਰ ਇੰਸਟੈਡ ਆਫ ਨੋਇੰਗ ਦਾ ਨੋਇਜ਼ੀ ਪਲੇਸ ਨੂੰ ਜਾਣਨ ਦੇ ਬਾਵਜੂਦ ਵੀ ਪੀਪਲ ਲਵ ਟੂ ਵਿਜ਼ਿਟ ਪਬ ਐਂਡ ਰੈਸਟੋਰੈਂਟ ਬਿਕੋਜ਼ ਦੇ ਵਾਂਟ ਸਮ ਇੰਜੋਏਮੈਂਟ ਇਨ ਦੇਅਰ ਲਾਈਫ, ਉਹ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਇੰਜੋਏਮੈਂਟ ਤੇ ਭਾਲ ਦਿੰਦੇ ਨੇ ਤਾਂ ਕਰਕੇ ਉਹ ਪਬ ਤੇ ਰੈਸਟੋਰੈਂਟ ਜਾਣਾ ਪਸੰਦ ਕਰਦੇ ਨੇ। ਇਸ ਤੋਂ ਨੈਕਸਟ ਹੈਗਾ ਸ਼ੈਲ ਵੀ ਇਨਕਰੇਜ ਚਿਲਡਰਨ ਟੂ ਮੇਕ ਨੋਇਸ, ਕਿ ਸਾਨੂੰ ਚਿਲਡਰਨਸ ਨੂੰ ਇਨਕਰੇਜ ਕਰਨਾ ਚਾਹੀਦਾ ਕਿ ਉਹ ਨੋਇਸ ਪੈਦਾ ਕਰਨ। ਵੈਲ we should not encourage children to make noise that disturb others and make them look bad in front of neighbors and relatives। ਹਾਂ ਆਪਾਂ ਨੂੰ ਨਹੀਂ encourage ਕਰਨਾ ਚਾਹੀਦਾ childrens ਨੂੰ ਕਿ ਉਹ ਨੋਇਸ ਪੈਦਾ ਕਰਨ ਜਿਹਦੇ ਨਾਲ ਉਹ ਕਿਸੇ ਨੂੰ ਦੂਜੇ ਨੂੰ ਡਿਸਟਰਬ ਕਰਨ ਅਤੇ ਆਪਣੇ ਆਪ ਦੇ ਵਿੱਚ ਜਾਂ ਆਪਣੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੇ ਵਿੱਚ ਉਹਨਾਂ ਦੀ ਇਮੇਜ ਆ ਜਿਹੜੀ ਬੈਡ ਹੋਵੇ ਜਾਂ ਉਹ ਦੂਜਿਆਂ ਨੂੰ ਬੁਰੇ ਲੱਗਣ, ਤਾਂ ਕਰਕੇ ਆਪਾਂ ਨੂੰ ਨਹੀਂ ਸਿਖਾਉਣਾ ਚਾਹੀਦਾ। ਸੋ ਵੀ ਸ਼ੁੱਡ ਆਲਵੇਜ਼ ਟੀਚ ਦੈਮ ਟੂ ਲਿਵ ਇਨ ਅ ਮੈਨਰਸ, ਤਾਂ ਕਰਕੇ ਉਹਨਾਂ ਨੂੰ ਸਿਖਾਉਣਾ ਚਾਹੀਦਾ ਕਿ ਉਹ ਆਪਣੇ ਮੈਨਰਸ ਦੇ ਵਿੱਚ ਰਹਿਣ ਅਤੇ ਜਾਂ ਜਿਉਣ। ਇਸ ਤੋਂ ਨੈਕਸਟ ਹੈਗਾ ਡੂ ਯੂ ਥਿੰਕ ਇਟ ਇਜ਼ ਗੁੱਡ ਫॉर ਚਿਲਡਰਨ ਟੂ ਮੇਕ ਨੋਇਸ, ਤਾਂ ਤੁਸੀਂ ਕੀ ਸੋਚਦੇ ਹੋ ਕਿ ਇਹ ਚੰਗਾ ਹੈਗਾ ਜੇ ਚਿਲਡਰਨਸ ਨੋਇਸ ਪੈਦਾ ਕਰਦੇ ਨੇ।
No, I don't think that ਨਹੀਂ ਮੈਂ ਨਹੀਂ ਸੋਚਦਾ ਮੇਕਿੰਗ ਅ ਨੋਇਸ ਇਜ਼ ਅ ਗੁੱਡ ਥਿੰਗ ਫॉर ਚਿਲਡਰਨ ਕਿ ਜਿਹੜਾ ਕੋਈ ਨੋਇਸ ਪੈਦਾ ਕਰਨੀ ਉਹ ਵਧੀਆ ਗੱਲ ਹੈਗੀ ਚਿਲਡਰਨਸ ਲਈ ਬਿਕੋਜ਼ ਦੇ ਕੈਨ ਕ੍ਰੀਏਟ ਪ੍ਰੋਬਲਮਸ ਫॉर ਅਦਰਸ ਪਰ ਉਹ ਕਿਸੇ ਹੋਰਾਂ ਲਈ ਜਿਹੜੇ ਪ੍ਰੋਬਲਮਸ ਕ੍ਰੀਏਟ ਕਰ ਸਕਦੇ ਨੇ ਵਿਦ ਦੇਅਰ ਨੋਇਸ ਆਪਣੀ ਨੋਇਸ ਦੇ ਨਾਲ ਬਾਈ ਮੇਕਿੰਗ ਨੋਇਸ ਇਟ ਪੁੱਟ ਬੈਡ ਇਫੈਕਟ ਔਨ ਦੇਅਰ ਬਿਹੇਵੀਅਰ ਇਨ ਫਿਊਚਰ ਕਿ ਜੇ ਉਹ ਆਪਣੀ ਨੋਇਸ ਨਾਲ ਆਪਣਾ ਬਿਹੇਵੀਅਰ ਵੀ ਫਿਊਚਰ ਦੇ ਲਈ ਬੁਰਾ ਕਰ ਸਕਦੇ ਨੇ ਤਾਂ ਕਿ ਉਹ ਚਿੜਚਿੜੇ ਹੋ ਸਕਦੇ ਨੇ ਤਾਂ ਤੁਸੀਂ ਇੱਥੇ ਇਹ ਐਡ ਕਰ ਸਕਦੇ ਹੋਗੇ ਜਾਂ ਕਿਸੇ ਹੋਰ ਲਈ ਪ੍ਰੋਬਲਮਸ ਜਾਂ ਕਿਸੇ ਨੂੰ ਡਿਸਟਰਬ ਕਰਨਗੇ ਕਿਸੇ ਦਾ ਕੰਮ ਰੁਕਾਉਣਗੇ ਤਾਂ ਇੱਦਾਂ ਦਾ ਤੁਸੀਂ ਇਹਦੇ ਵਿੱਚ ਲਿਖ ਸਕਦੇ ਹੋ ਇਸ ਤੋਂ ਨੈਕਸਟ ਹੈਗਾ ਵਟ ਕਾਈਂਡ ਆਫ ਨੋਇਸ ਆਰ ਦੇਅਰ ਇਨ ਯੂਅਰ ਲਾਈਫ ਕਿ ਕਿੱਦਾਂ ਦੀ ਨੋਇਸ ਹੈਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਵੈਲ ਦੇਅਰ ਆਰ ਐਂਡ ਮੈਨੀ ਕਾਈਂਡ ਆਫ ਨੋਇਸ ਅਰਾਊਂਡ ਆਵਰ ਲਾਈਫ ਇੱਥੇ ਬਹੁਤ ਸਾਰੇ ਤਰ੍ਹਾਂ ਦੀਆਂ ਨੋਇਸ ਨੇ ਆਪਣੀ ਜ਼ਿੰਦਗੀ ਵਿੱਚ ਫਰੋਮ ਮਾਰਨਿੰਗ ਟੂ ਈਵਨਿੰਗ ਮਾਰਨਿੰਗ ਟੂ ਲੈ ਕੇ ਈਵਨਿੰਗ ਤੱਕ ਵੈਨ ਵੀ ਗੈਟ ਅਪ ਜਦੋਂ ਆਪਾਂ ਉੱਠਦੇ ਹਾਂ ਵੀ ਕੈਨ ਹੇਅਰ ਵਰਡਸ ਚੈਪਰਿੰਗ ਐਂਡ ਵਿੰਡ ਸਾਊਂਡ ਤਾਂ ਉਦੋਂ ਆਪਾਂ ਜਿਹੜੀ ਕਿ ਪੰਛੀਆਂ ਦੀ ਚੈਪਰਿੰਗ ਸੁਣ ਸਕਦੇ ਹਾਂ ਅਤੇ ਇੱਕ ਹਵਾ ਦੀ ਆਵਾਜ਼ ਸੁਣਦੇ ਜਦੋਂ ਵੀ ਕਦੇ ਆਪਾਂ ਉੱਠਦੇ ਹੈਗੇ ਮੋਰ ਓਵਰ ਵੈਨ ਵੀ ਗੋ ਆਊਟਸਾਈਡ ਜਦੋਂ ਆਪਾਂ ਬਾਹਰ ਜਾਂਦੇ ਹਾਂ ਦੈਨ ਵੀ ਕੈਨ ਹੇਅਰ ਸਾਊਂਡ ਆਫ ਵਹੀਕਲਸ ਔਨ ਰੋਡ ਤਾਂ ਉਦੋਂ ਆਪਾਂ ਨੂੰ ਰੋਡ ਦੇ ਉੱਤੇ ਵਹੀਕਲਸ ਦੀ ਸਾਊਂਡ ਮਿਲਦੀ ਹੈਗੀ ਐਂਡ ਵੀ ਕੈਨ ਲਿਸਨ ਲਾਊਡ ਮਿਊਜ਼ਿਕ ਫਰੋਮ ਦਾ ਈਵੈਂਟਸ ਅਤੇ ਆਪਾਂ ਨੂੰ ਲਾਊਡ ਮਿਊਜ਼ਿਕ ਹੈ ਜਿਹੜਾ ਈਵੈਂਟਸ ਦੇ ਵਿੱਚੋਂ ਵੀ ਸੁਣਨ ਨੂੰ ਮਿਲਦਾ ਗਾ ਤਾਂ ਇੱਦਾਂ ਦੀ ਜਿਹੜੀ ਨੋਇਸ ਹੈਗੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਹੈਗੀ ਇਸ ਤੋਂ ਨੈਕਸਟ ਹੈਗਾ ਵਿਚ ਏਰੀਆ ਇਜ਼ ਐਕਸਪੋਰਟ ਟੂ ਨੋਇਸ ਮੋਰ ਦ ਸਿਟੀ ਔਰ ਕੰਟਰੀ ਸਾਈਡ ਕਿ ਕਿਹੜਾ ਖੇਤਰ ਹੈਗਾ ਜਿਹੜਾ ਜ਼ਿਆਦਾ ਨੋਇਸ ਪੈਦਾ ਕਰਦਾ ਹੈਗਾ ਸਿਟੀਜ਼ ਜਾਂ ਕੰਟਰੀ ਸਾਈਡ ਵੀ ਕਾਮਨਲੀ ਨੋ ਡੈਟ ਆਪਾਂ ਨੂੰ ਆਮ ਤੌਰ 'ਤੇ ਪਤਾ ਹੀ ਹੈਗਾ ਆਮ ਜੀ ਗੱਲ ਹੈਗਾ ਸਿਟੀ ਕ੍ਰੀਏਟ ਮੋਰ ਨੋਇਸ ਐਜ਼ ਕੰਪੇਅਰ ਟੂ ਦਾ ਵਿਲੇਜ ਕਿ ਜਿਹੜੇ ਸ਼ਹਿਰ ਨੇ ਉਹ ਜ਼ਿਆਦਾ ਨੋਇਸ ਕ੍ਰੀਏਟ ਕਰਦੇ ਨੇ ਵਿਲੇਜ ਨਾਲੋਂ ਬਿਕੋਜ਼ ਸਿਟੀਜ਼ ਹੈਵ ਅ ਮੋਰ ਪੀਪਲ ਕਿਉਂਕਿ ਸਿਟੀਜ਼ ਦੇ ਵਿੱਚ ਜ਼ਿਆਦਾ ਲੋਕ ਹੁੰਦੇ ਨੇ ਪਲੱਸ ਇੰਡਸਟਰੀਜ਼ ਐਂਡ ਵਹੀਕਲਸ ਜਿਹੜੇ ਕਿ ਵਹੀਕਲਸ ਵੀ ਜ਼ਿਆਦਾ ਹੁੰਦੇ ਨੇ ਅਤੇ ਇੰਡਸਟਰੀ ਵੀ ਜ਼ਿਆਦਾ ਸੋ ਦੀਜ਼ ਆਲ ਥਿੰਗਸ ਤਾਂ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ ਪ੍ਰੋਡਿਊਸ ਮੋਰ ਨੋਇਸ ਇਨ ਸਿਟੀਜ਼ ਤਾਂ ਕਰਕੇ ਜਿਹੜੀ ਸਿਟੀ ਦੇ ਵਿੱਚ ਜ਼ਿਆਦਾ ਨੋਇਸ ਪ੍ਰੋਡਿਊਸ ਹੁੰਦੀ ਹੈਗੀ ਦੈਟਸ ਵਾਈ ਦਾ ਲੈਵਲ ਆਫ ਨੋਇਸ ਇਜ਼ ਹਾਇਰ ਦੈਨ ਦਾ ਰੂਰਲ ਏਰੀਆ ਤਾਂ ਕਰਕੇ ਜਿਹੜਾ ਸਿਟੀਜ਼ ਦੇ ਵਿੱਚ ਜ਼ਿਆਦਾ ਨੋਇਸ ਹੁੰਦੀ ਹੈਗੀ ਰੂਰਲ ਏਰੀਆ ਨਾਲੋਂ ਤਾਂ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਹਾਂ ਸਿਟੀਜ਼ ਦੇ ਵਿੱਚ ਹੀ ਜ਼ਿਆਦਾ ਨੋਇਸ ਪੈਦਾ ਹੁੰਦੀ ਹੈ ਇਸ ਤੋਂ ਨੈਕਸਟ ਹੈਗਾ ਹਾਊ ਵੁੱਡ ਪੀਪਲ ਯੂਜਲੀ ਰਿਸਪੌਂਡ ਟੂ ਦਾ ਨੋਇਸ ਇਨ ਯੂਅਰ ਕੰਟਰੀ ਕਿ ਲੋਕ ਕਿਵੇਂ ਦਾ ਰਿਸਪੌਂਡ ਕਰਦੇ ਨੇ ਨੋਇਸ 'ਤੇ ਤੁਹਾਡੀ ਕੰਟਰੀ ਦੇ ਵਿੱਚ ਵੈਲ ਆਈ ਥਿੰਕ ਮੋਸਟ ਆਫ ਪੀਪਲ ਆਫ ਮਾਈ ਕੰਟਰੀ ਹੈਵ ਬਿਕਮ ਅਡਿਕਟਡ ਆਫ ਨੋਇਸ ਕਿ ਮੈਨੂੰ ਲੱਗਦਾ ਹੈ ਕਿ ਜਿਹੜੇ ਜ਼ਿਆਦਾਤਰ ਲੋਕ ਨੇ ਮੇਰੀ ਕੰਟਰੀ ਦੇ ਵਿੱਚ ਉਹ ਆਦੀ ਹੋ ਗਏ ਨੇ ਨੋਇਸ 'ਤੇ ਸੋ ਦੇ ਡੋਂਟ ਰਿਐਕਟ ਔਨ ਦਾ ਨੋਇਸ ਤਾਂ ਕਰਕੇ ਉਹ ਕੋਈ ਵੀ ਜ਼ਿਆਦਾ ਰਿਐਕਟ ਨਹੀਂ ਕਰਦੇ ਬਟ ਪੀਪਲ ਹੂ ਹੈਵ ਅ ਡਿਸੀਜ਼ ਆਫ ਏਅਰ ਜਿਹੜਿਆਂ ਨੂੰ ਕੰਨਾਂ ਦੀ ਕੋਈ ਬਿਮਾਰੀ ਆ ਦੈਟ ਅਵਾਇਡ ਟੂ ਵੇਸਟ ਨੋਇਸੀ ਪਲੇਸ ਉਹ ਤਾਂ ਉਹ ਜਾਣਾ ਹੀ ਨਹੀਂ ਪਸੰਦ ਕਰਦੇ ਨੋਇਸੀ ਪਲੇਸ 'ਤੇ ਰੈਸਟ ਆਫ ਪੀਪਲ ਡੂ ਨਾਟ ਗਿਵ ਐਨੀ ਰਿਸਪੌਂਡ ਔਨ ਨੋਇਸ ਬਿਕੋਜ਼ ਇਨ ਇੰਡੀਆ ਨੋਇਸ ਹੈਜ਼ ਬਿਕਮ ਅ ਕਾਮਨ ਪਾਰਟ ਆਫ ਲਾਈਫ ਜਿਹੜਾ ਕਿ ਇੰਡੀਆ ਦੇ ਵਿੱਚ ਨੋਇਸ ਹੈਗੀ ਉਹ ਕਾਮਨ ਪਾਰਟ ਹੀ ਬਣ ਗਿਆ ਹੈਗਾ ਜ਼ਿੰਦਗੀ ਦਾ ਤਾਂ ਕਰਕੇ ਲੋਕ ਆ ਜਿਹੜੇ ਰਿਐਕਟ ਨਹੀਂ ਕਰਦੇ ਜਾਂ ਰਿਸਪੌਂਡ ਨਹੀਂ ਕਰਦੇ ਤੁਹਾਡੇ ਮੁਤਾਬਕ ਇਸ ਕੁਐਸਚਨ ਦਾ ਆਨਸਰ ਕਿਵੇਂ ਹੋਣਾ ਚਾਹੀਦਾ ਸੀਗਾ ਜੇ ਕੋਈ ਹੋਰ ਆਈਡੀਆ ਤਾਂ ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋਗੇ ਇਸ ਤੋਂ ਨੈਕਸਟ ਆਏਗਾ ਹਾਊ ਪੀਪਲ ਕੈਨ ਕੰਸੀਡਰ ਅਦਰਸ ਫੀਲਿੰਗ ਵੈਨ ਚੈਟਿੰਗ ਇਨ ਪਬਲਿਕ ਕਿ ਲੋਕ ਕਿਵੇਂ ਦੂਜੇ ਦੀਆਂ ਫੀਲਿੰਗਸ ਨੂੰ ਕੰਸੀਡਰ ਕਰ ਸਕਦੇ ਨੇ ਜਦੋਂ ਵੀ ਕਦੇ ਉਹ ਚੈਟ ਕਰਦੇ ਨੇ ਪਬਲਿਕ ਦੇ ਵਿੱਚ ਆਈ ਥਿੰਕ ਦੇਰ ਆਰ ਮੈਨੀ ਥਿੰਗਸ ਟੂ ਨੋ ਅਦਰਸ ਫੀਲਿੰਗ ਕਿ ਇੱਥੇ ਬਹੁਤ ਸਾਰੀਆਂ ਚੀਜ਼ਾਂ ਨੇ ਦੂਜਿਆਂ ਦੀ ਫੀਲਿੰਗਸ ਨੂੰ ਜਾਣਨ ਦੇ ਲਈ ਵੈਨ ਐਵਰ ਵੀ ਡੂ ਗੋਸਪ ਇਨ ਪਬਲਿਕ ਪਲੇਸ ਜਦੋਂ ਵੀ ਕਦੇ ਆਪਾਂ ਗੱਲਾਂ ਕਰਦੇ ਹਾਂ ਪਬਲਿਕ ਪਲੇਸ ਦੇ ਵਿੱਚ ਫਸਟ ਆਫ ਆਲ ਵੀ ਸ਼ੁੱਡ ਕੰਟਰੋਲ ਔਨ ਆਵਰ ਵਾਇਸ ਸੋ ਡੈਟ ਅਦਰਸ ਡੋਂਟ ਗੈਟ ਡਿਸਟਰਬਡ ਫਰੋਮ ਆਵਰ ਚੈਟਿੰਗ ਸਭ ਤੋਂ ਪਹਿਲਾਂ ਕਿ ਆਪਾਂ ਨੂੰ ਆਪਣੀ ਆਵਾਜ਼ ਦੇ ਉੱਤੇ ਕੰਟਰੋਲ ਰੱਖਣਾ ਚਾਹੀਦਾ ਹੈਗੇ ਤਾਂ ਕਿ ਜਿਹੜੇ ਦੂਜੇ ਹੈਗੇ ਉਹ ਡਿਸਟਰਬ ਨਾ ਹੋਣ ਜਦੋਂ ਵੀ ਕਦੇ ਆਪਾਂ ਚੈਟਿੰਗ ਕਰਦੇ ਹੈਗੇ ਮੋਰ ਓਵਰ ਵੀ ਸ਼ੁੱਡ ਅਵਾਇਡ ਟੂ ਡਿਬੇਟ ਵਿਦ ਅਦਰਸ ਵੈਨ ਵੀ ਆਰ ਇਨ ਅ ਪਬਲਿਕ ਪਲੇਸ ਅਤੇ ਆਪਾਂ ਨੂੰ ਅਵਾਇਡ ਵੀ ਕਰਨੀ ਚਾਹੀਦੀ ਹੈ ਡਿਬੇਟ ਦੂਜਿਆਂ ਦੇ ਨਾਲ ਜਦੋਂ ਵੀ ਕਦੇ ਆਪਾਂ ਪਬਲਿਕ ਪਲੇਸ ਦੇ ਵਿੱਚ ਖੜ ਕੇ ਕੋਈ ਚੈਟਿੰਗ ਕਰ ਰਹੇ ਹਾਂ ਜਾਂ ਕਿਸੇ ਹੋਰਾਂ ਨਾਲ ਗੱਲ ਕਰ ਰਹੇ ਹੈਗੇ ਤਾਂ ਇੱਦਾਂ ਇਹ ਕੁਐਸਚਨ ਦਾ ਆਨਸਰ ਹੋਊਗਾ